ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਵਾਗਤ ਹੈ ਜੀ ਸਾਰਿਆਂ ਦਾ। ਸੋ ਅੱਜ ਬੜੇ ਇੱਕ ਇੰਪੋਰਟੈਂਟ ਟੌਪਿਕ ਦੀ ਗੱਲ ਕਰਾਂਗੇ। ਰੀਅਪਲਾਈ ਜਿਨ੍ਹਾਂ ਨੇ ਕਰਨਾ ਹੈ, ਜਿਨ੍ਹਾਂ ਦਾ ਰੀਸੈਂਟਲੀ ਰਿਫਿਊਜ਼ਲ ਆਇਆ, ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੜੇ-ਕਿਹੜੇ ਸਟੈਪਸ ਹੈ ਜਿਹੜੇ ਲੈਣ ਤੋਂ ਬਾਅਦ ਜੇ ਰੀਅਪਲਾਈ ਕੀਤਾ ਜਾਵੇ ਤਾਂ ਸਟੂਡੈਂਟ ਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਵੀਜ਼ਾ ਹਾਸਲ ਕਰਨ ਦੀ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਬਹੁਤ ਸਾਰੇ ਸਟੂਡੈਂਟਸ ਤੁਹਾਨੂੰ ਪੁੱਛਦੇ ਹੋਣੇ ਆ, ਇਹ ਬੜਾ ਕਾਮਨ ਜਿਹਾ ਸਵਾਲ ਹੈ ਪਰ ਇਹਦੇ ਜਵਾਬ ਜਿਹੜੇ ਨੇ ਉਹ ਇੰਨੇ ਕਾਮਨ ਨਹੀਂ। ਰੀਅਪਲਾਈ ਕਰਨ ਲੱਗੇ ਕਿਹੜੀਆਂ 3 ਚੀਜ਼ਾਂ ਕੀਤੀਆਂ ਜਾ ਸਕਦੀਆਂ ਕਿ ਅਪਲਾਈ ਕਰਨ ਤੋਂ ਬਾਅਦ ਪੋਸੀਬਿਲਿਟੀ ਬਹੁਤ ਜ਼ਿਆਦਾ ਵੱਧ ਜਾਵੇ? ਬਿਲਕੁਲ ਦੀਪਕ ਜੀ, ਅੱਜ ਦਾ ਜਿਹੜਾ ਤੁਸੀਂ ਸਵਾਲ ਰੱਖਿਆ ਕਿ ਰੀਅਪਲਾਈ ਕਰਨ ਤੋਂ ਪਹਿਲਾਂ ਬਹੁਤ ਸਾਰੇ ਸਟੂਡੈਂਟ ਇਹ ਕੁਐਸਚਨ ਕਰਦੇ ਨੇ ਕਿ ਹੁਣ ਰਿਫਿਊਜ਼ਲ ਆਈ ਹੈ ਔਰ ਰੀਅਪਲਾਈ ਕਰਨ ਲੱਗੇ ਆ, ਕਿਹੜੇ ਪੁਆਇੰਟਸ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਕਿਹਨੇ ਤੋਂ। ਔਰ ਇਹ ਕੁਐਸਚਨ ਹੁਣ ਬਹੁਤ ਜ਼ਿਆਦਾ ਫਰੀਕੁਐਂਟ ਔਰ ਕਾਮਨ ਹੁੰਦਾ ਜਾ ਰਿਹਾ ਕਿਉਂਕਿ ਅਗਸਤ ਦੇ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਮੈਨੂੰ ਜਿੱਥੇ ਤੱਕ ਲੱਗਦਾ ਕਿ ਓਵਰਆਲ ਰਿਜ਼ਲਟਸ ਦੇ ਵਿੱਚੋਂ ਮੇਜਰ ਪਾਰਟ ਜਿਹੜਾ ਚਾਹੇ 60-40 ਮੰਨ ਲਓ ਤੁਸੀਂ ਵਟ ਐਵਰ ਵੀ ਦਾ ਸਿਚੁਏਸ਼ਨ, ਉਹ ਰਿਫਿਊਜ਼ਲ ਦਾ ਐਟ ਪ੍ਰੈਜ਼ੈਂਟ। ਔਰ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਬੜੇ ਸਾਰੇ ਵੀਡੀਓਜ਼ ਦੇ ਵਿੱਚ ਮੈਂ ਇੰਡੀਵਿਜੂਅਲੀ ਵੀ ਔਰ ਤੁਹਾਡੇ ਨਾਲ ਵੀ ਇਸ ਚੀਜ਼ ਕੰਟੈਂਟ ਨੂੰ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਨ ਐਕਚੁਅਲ ਦੇ ਵਿੱਚ ਅਕੈਡਮਿਕ ਕ੍ਰੈਡੀਬਿਲਿਟੀਜ਼, ਇੰਗਲਿਸ਼ ਕ੍ਰੈਡੀਬਿਲਿਟੀਜ਼, ਪ੍ਰੋਫੈਸ਼ਨਲ ਐਸਟੈਬਲਿਸ਼ਮੈਂਟਸ ਦੇ ਉੱਤੇ SOPs ਤੇ ਕੰਮ ਕਰਨਾ ਚਾਹੀਦਾ। ਤੁਸੀਂ ਕਿਹੜੇ ਵੀ ਇਨਟੇਕ ਦੇ ਲਈ ਅਪਲਾਈ ਕਰ ਰਹੇ ਹੋ, ਬਟ ਸਟਿਲ ਐਜ਼ ਆਫ ਨਾਓ ਮੈਂ ਇੱਕ ਚੀਜ਼ ਹੀ ਦੇਖ ਰਿਹਾ, 90% ਸਟੂਡੈਂਟਸ ਦੇ ਵਿੱਚ ਔਰ 70% 75% ਕੰਸਲਟੈਂਟਸ ਦੇ ਵਿੱਚ ਲੋਕੇਸ਼ਨਸ ਨੂੰ ਲੈ ਕੇ, ਇੰਸਟੀਟਿਊਸ਼ਨਸ ਨੂੰ ਲੈ ਕੇ ਹੀ ਕੰਮ ਕੀਤਾ ਜਾਂਦਾ ਹੈ ਕਿ ਮੈਂ ਬਰੈਂਪਟਨ ਹੀ ਜਾਣਾ, ਮੈਂ ਮਿਸੀਸਾਗਾ ਹੀ ਜਾਣਾ, ਮੈਂ ਸੇਂਟ ਕਲੇਅਰ ਹੀ ਜਾਣਾ, ਮੈਂ XYZ ਇੰਸਟੀਟਿਊਸ਼ਨ ਜਾਣਾ ਕਿਉਂਕਿ ਇਹ ਇੰਸਟੀਟਿਊਸ਼ਨ 5 ਦਿਨ ਕਲਾਸ ਲਾਉਂਦਾ, ਇਹ ਇੰਸਟੀਟਿਊਸ਼ਨ 2 ਦਿਨ ਕਲਾਸ ਲਾਉਂਦਾ, ਇਹਦੀ ਪੜ੍ਹਾਈ ਸੌਖੀ, ਇਹਦੀ ਔਖੀ। ਤਾਂ ਇਹ ਇੱਕ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਮੇਜਰ ਰਿਫਿਊਜ਼ਲਸ ਦਾ ਕਾਰਨ ਇਹੀ ਹੈ। ਹੁਣ ਗੱਲ ਆਉਂਦੀ ਹੈ ਕਿ ਰੀਅਪਲਾਈ ਜਦੋਂ ਕਰਨਾ, ਬਿਕਾਜ਼ ਡੈਫੀਨੇਟਲੀ ਅਗਰ ਰਿਫਿਊਜ਼ਲ ਆਈ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸਪੈਸੀਫਿਕ ਰੀਜ਼ਨ ਹੈ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਰੀਅਪਲਾਈ ਕਰਨ ਲੱਗਿਆਂ ਤੁਸੀਂ ਉਸ ਰੀਜ਼ਨਿੰਗ ਨੂੰ ਫਾਈਂਡ ਆਊਟ ਕਰੋ, ਉਹਦੇ ਕੇਪਸ ਅਪਲਾਈ ਕਰੋ ਸੋ ਦੈਟ ਯੂ ਕਮ ਟੂ ਨੋ ਐਗਜ਼ੈਕਟਲੀ ਕਿ ਤੁਹਾਡੀ ਐਪਲੀਕੇਸ਼ਨ ਦੀ ਰਿਜੈਕਸ਼ਨ ਜਿਹੜੀ ਹੈ ਉਹ ਕਿਉਂ ਹੈ। ਹੁਣ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਉਹ 3 ਕੀ ਪੁਆਇੰਟਸ ਕੀ ਨੇ ਜਿਹਦੇ ਉੱਤੇ ਕੰਮ ਕਰਨਾ ਚਾਹੀਦਾ। ਕੇਪਸ ਜਿਹੜਾ ਪ੍ਰੋਸੈਸ ਦਾ ਪਾਰਟ ਹੈ ਪ੍ਰੀਵੀਅਸ ਰਿਫਿਊਜ਼ਲ ਨੂੰ ਲੈ ਕੇ, ਸੋ ਉਹਨੂੰ ਮੈਂ 3 ਪੁਆਇੰਟਸ ਦੇ ਵਿੱਚ ਐਡ ਨਹੀਂ ਕਰੂੰਗਾ। ਸੋ 3 ਕੀ ਪੁਆਇੰਟਸ ਕੀ ਨੇ, ਉਹ ਇਹ ਨੇ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਪ੍ਰੋਗਰਾਮ ਨੂੰ ਫਸਟ ਆਫ ਆਲ ਐਨਾਲਾਈਜ਼ ਕਰੋ। ਜਿਸ ਪ੍ਰੋਗਰਾਮ 'ਚ ਤੁਸੀਂ ਅਪਲਾਈ ਕੀਤਾ, ਐਨਾਲਾਈਜ਼ ਇਹ ਨਹੀਂ ਕਰੋ ਕਿ ਇਹ ਮੇਰੀ ਰੈਲੇਵੈਂਟ ਟ੍ਰੇਡ ਦਾ ਹੈ ਜੀ, ਮੈਂ ਨਾਨ ਮੈਡੀਕਲ ਪੜ੍ਹਿਆ ਤੇ ਕੰਪਿਊਟਰ ਹੀ ਮਿਲੂਗਾ, ਮੈਂ ਮੈਡੀਕਲ ਪੜ੍ਹਿਆ ਤੇ ਹੈਲਥ ਸਰਵਿਸਿਜ਼ ਮਿਲੂਗਾ, ਕਮਰਸ ਪੜ੍ਹਿਆ ਤੇ ਬਿਜ਼ਨਸ ਮਿਲੂਗਾ। ਨੋ, ਦਿਸ ਇਜ਼ ਨਾਟ ਦਾ ਐਨਾਲਿਸਿਸ। ਚੈੱਕ ਕਰੋ ਕਿ ਉਸ ਪ੍ਰੋਗਰਾਮ ਦੀਆਂ ਅਕੈਡਮਿਕ ਕ੍ਰੈਡੀਬਿਲਿਟੀਜ਼ ਕੀ ਨੇ, ਯਾਨੀ ਕਿ ਕ੍ਰੈਡੀਬਿਲਿਟੀਜ਼ ਤੋਂ ਮੇਰੇ ਕਹਿਣ ਦਾ ਭਾਵ ਹੈ ਕਿ ਤੁਹਾਡੇ ਹੋਮ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ ਉਹਦੀਆਂ ਜੌਬ ਮਾਰਕੀਟ ਵੈਲਿਊਜ਼ ਕੀ ਨੇ, ਕਿਸ ਤਰੀਕੇ ਦੇ ਪ੍ਰੋਫੈਸ਼ਨਲ ਜੌਬ ਰੋਲਸ ਉਹਦੇ ਅਵੇਲੇਬਲ ਨੇ, ਉਹਦੀਆਂ ਕੀ ਪ੍ਰੋਫੈਸ਼ਨਲ ਡਿਵੈਲਪਮੈਂਟਸ ਨੇ। ਇਸ ਤੋਂ ਬਾਅਦ ਚੈੱਕ ਕਰੋ ਕਿ ਉਹ ਅਕੈਡਮਿਕਲੀ ਪ੍ਰੋਗਰੈਸਿਵ ਹੈ, ਤੁਹਾਡੇ ਅਕੈਡਮਿਕ ਸਟਰਕਚਰ ਦੇ ਨਾਲ, ਕੰਟੈਂਟ ਦੇ ਨਾਲ ਮੈਚ ਕਰਦਾ ਹੈ, ਇੰਡੀਵਿਜੂਅਲ ਸਕੋਰਸ ਜਿਹੜੇ ਨੇ ਉਹਦੇ 'ਚੋਂ ਜਿਹੜਾ ਮੇਜਰ ਸਟਰੋਂਗ ਸਬਜੈਕਟ ਹੈ ਉਹਦੇ ਉੱਤੇ ਰਿਲਾਈ ਕਰ ਰਿਹਾ ਜਾਂ ਵੀਕੈਸਟ ਸਬਜੈਕਟ ਦੇ ਉੱਤੇ ਰਿਲਾਈ ਕਰ ਰਿਹਾ। ਇਸ ਤੋਂ ਬਾਅਦ ਪ੍ਰੋਗਰਾਮ ਦੇ ਸਟਰਕਚਰ ਨੂੰ ਸਮਝੋ, ਪੜ੍ਹੋ, ਉਹਦੇ ਵਿੱਚ ਦੇਖੋ ਕਿ ਇਹ ਪ੍ਰੋਗਰਾਮ ਕਿਤੇ ਨਾ ਕਿਤੇ ਇੰਡੀਅਨ ਜੌਬ ਮਾਰਕੀਟ ਵੈਲਿਊ ਦੇ ਨਾਲ ਐਸੋਸੀਏਟਿਡ ਹੈ ਜਾਂ ਇਹ ਪ੍ਰੋਗਰਾਮ ਨੂੰ ਕੈਨੇਡੀਅਨ ਕੰਟੈਕਸਟ ਦੇ ਅਕੋਰਡਿੰਗਲੀ ਡਿਜ਼ਾਈਨ ਕੀਤਾ ਗਿਆ। ਇਹ ਇੰਪੋਰਟੈਂਸ ਹੈ ਪ੍ਰੋਗਰਾਮ ਚੈੱਕ ਦੇ ਉੱਤੇ। ਸੈਕਿੰਡ ਪਾਰਟ ਆਉਂਦਾ ਹੈ ਜੀ ਇੰਗਲਿਸ਼ ਕ੍ਰੈਡੀਬਿਲਿਟੀਜ਼ ਨੂੰ ਲੈ ਕੇ। ਡੈਫੀਨੇਟਲੀ ਪ੍ਰੈਜ਼ੈਂਟਲੀ ਲੋ PT ਸਕੋਰਸ, ਇੱਕ ਮੋਡਿਊਲ 5.5 ਕਿਤੇ ਵੀ ਐਂਟਰਟੇਨ ਨਹੀਂ ਹੈ। ਸੋ ਆਇਲਸ ਦੀਆਂ ਕ੍ਰੈਡੀਬਿਲਿਟੀਜ਼ ਐਜ਼ ਆਫ ਦੀ ਪ੍ਰੋਗਰਾਮ। ਹੁਣ ਦੇਖੋ ਦੀਪਕ ਜੀ, ਕਈ ਵਾਰ ਕੀ ਹੁੰਦਾ ਸਟੂਡੈਂਟ 6 ਈਚ ਲੈ ਕੇ ਬੈਠਾ ਹੈ ਬਟ ਪ੍ਰੋਗਰਾਮ ਕ੍ਰੈਡੀਬਿਲਿਟੀਜ਼ ਇੱਕ ਅੱਧੇ ਮੋਡਿਊਲ 'ਚ 6.5 ਮੰਗਦਾ। ਸਟੂਡੈਂਟ ਕਹਿੰਦਾ ਜੀ SDS ਤਾਂ ਕਹਿੰਦਾ 6 ਈਚ ਤਾਂ ਮੈਂ ਅਪਲਾਈ ਕਰ ਦੂੰਗਾ, ਉਹਦੇ ਕੋਲ ਆਫਰ ਵੀ ਆ ਗਿਆ। ਬਟ ਨੋ, ਜਿਸ ਪ੍ਰੋਗਰਾਮ 'ਚ ਤੁਸੀਂ ਜਾ ਰਹੇ ਹੋ ਉਹਦੀਆਂ ਇੰਗਲਿਸ਼ ਕ੍ਰੈਡੀਬਿਲਿਟੀਜ਼ ਨੂੰ ਮੈਚ ਕਰੋ, ਬਿਕਾਜ਼ ਉੱਥੇ ਉਹ ਚੀਜ਼ ਡਿਫਾਈਨ ਕਰੇਗੀ ਦੈਟ ਯੂ ਆਰ ਫਰੋਮ ਅ ਨਾਨ ਇੰਗਲਿਸ਼ ਸਪੀਕਿੰਗ ਕੰਟਰੀ, ਯੂ ਆਰ ਕਮਿੰਗ ਟੂ ਅ ਇੰਗਲਿਸ਼ ਸਪੀਕਿੰਗ ਕੰਟਰੀ ਐਂਡ ਕੈਨ ਯੂ successfully complete this program in this particular language। so ਉੱਥੇ ਇੰਗਲਿਸ਼ ਕ੍ਰੈਡੀਬਿਲਿਟੀਜ਼ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਹੈ। ਥਰਡ ਬਟ ਨਾਟ ਦੀ ਲਾਸਟ ਇਹਦੇ ਵਿੱਚ ਇੰਪੋਰਟੈਂਸ ਆਉਂਦੀ ਹੈ ਫਾਈਨੈਂਸ਼ੀਅਲਸ ਨੂੰ ਲੈ ਕੇ। ਹੁਣ ਲੋ ਫਾਈਨੈਂਸ਼ੀਅਲਸ ਵੀ
ਕ੍ਰਿਟੀਕਲ ਨੇ ਔਰ ਐਕਸਟ੍ਰੀਮ ਹਾਈ ਜਿਹੜੇ ਫਾਈਨੈਂਸ਼ੀਅਲਸ ਨੇ ਉਹ ਵੀ ਕ੍ਰਿਟੀਕਲ ਨੇ। ਸੋ ਤੁਸੀਂ ਫਾਈਨੈਂਸ਼ੀਅਲਸ ਨੂੰ ਜਦੋਂ ਵੀ ਪ੍ਰੋਡਿਊਸ ਕਰਨਾ ਹੈ, ਜਦੋਂ ਵੀ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਹੈ, ਇਟ ਮਸਟ ਬੀ ਅਪ ਟੂ ਦਾ ਪਾਰਟ ਕਿ ਉਹ ਫਾਈਨੈਂਸ਼ੀਅਲਸ ਤੁਹਾਡੇ ਸਟੱਡੀ ਕਾਸਟ ਨੂੰ ਔਰ ਤੁਹਾਡੀ ਲਿਵਿੰਗ ਕਾਸਟ ਨੂੰ ਕੰਪਲਾਈਂਸ ਕਰਦੇ ਹੋਣ ਐਂਡ ਤੁਹਾਡੇ ਫੈਮਿਲੀ ਦੇ ਇਨਕਮ ਸੋਰਸਿਸ ਇੰਨੇ ਕਿ ਸਾਊਂਡ ਨੇ ਕਿ ਉਹ ਤੁਹਾਨੂੰ ਵੀ ਸਪੋਰਟ ਕਰ ਸਕਦੇ ਆ, ਨਾਲ ਦੀ ਨਾਲ ਉਹਨਾਂ ਦੀ ਆਪਣੀ ਵੀ ਜਿਹੜੀ ਲਿਵਿੰਗ ਹੈ ਉਹ ਬਿਲਕੁਲ ਕਨਵੀਨੀਅੰਟ ਔਰ ਕੰਫਰਟੇਬਲੀ ਚੱਲ ਰਹੀ ਹੈ। ਸੋ ਰੀਅਪਲਾਈ ਕਰਨ ਤੋਂ ਪਹਿਲਾਂ ਇਹਨਾਂ 3 ਪੁਆਇੰਟਸ ਨੂੰ ਖਾਸ ਤੌਰ ਦੇ ਉੱਤੇ ਸਮਝਣਾ ਜਾਂ ਇਹਨਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਦੈਨ ਉਸ ਤੋਂ ਬਾਅਦ ਤੁਸੀਂ ਆਪਣੀਆਂ ਰਿਫਿਊਜ਼ਲਸ ਤੋਂ ਬਾਅਦ ਡੈਫੀਨੇਟਲੀ ਵੀਜ਼ਾ ਲੈ ਸਕਦੇ ਹੋ। ਸੋ ਕੋਈ ਸਵਾਲ ਹੈ ਤਾਂ 90238 90238 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਜਿੰਨੇ ਵੀ ਲੇਟੈਸਟ ਅਪਡੇਟਸ ਨੇ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ, ਤੇ ਜਿਹੜੇ ਵੀ ਇਸ ਤਰੀਕੇ ਦੇ ਮਸਲੇ ਹੁੰਦੇ ਨੇ ਉਹਦੇ ਤੇ ਅਸੀਂ ਐਨਾਲਿਸਿਸ ਕਰਦੇ ਰਹਿੰਦੇ ਹਾਂ ਐਕਸਪਰਟਸ ਨਾਲ, ਤਾਂ ਕਿ ਜਿਹੜਾ ਕਈ ਵਾਰੀ ਡਾਊਟ ਹੈ ਉਹ ਜ਼ਰੂਰ ਕਲੀਅਰ ਹੋ ਸਕੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।